अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो SMS पंजाबी लो जी बहुत बहुत मुबारक होए नवी ताज़ी खबर जेड़ी आ ਉਹ ਸਾਨੂੰ ਦੇ ਰਹੇ ਨੇ ਜਨਾਬ ਸ਼ਹਬਾਜ਼ ਗਿੱਲ ਸਾਹਿਬ ਡਾਕਟਰ ਸ਼ਹਬਾਜ਼ ਗਿੱਲ ਸਾਹਿਬ ਦੇ ਰਹੇ ਨੇ ਔਰ ਉਹ ਕੀ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਸਭ ਫੜੇ ਜਾਣਗੇ ਕੋਈ ਨਹੀਂ ਬਚਣਾ ਇੱਥੇ ਲਿਸਟਾਂ ਬਣ ਰਹੀਆਂ ਨੇ ਹਾਂਜੀ ਆ ਜਿਹੜੇ ਫੌਜੀ ਜਰਨੈਲ ਜਿਹੜੇ ਨੇ ਜੋ ਜ਼ੁਲਮ ਜੋ ਬਰਬਰੀਅਤ ਇਹਨਾਂ ਨੇ ਫੈਲਾਈ ਹੋਈ ਹੈ ਪੂਰੇ ਮੁਲਕ ਦੇ ਵਿੱਚ ਔਰ ਜੋ ਬਿਊਰੋਕ੍ਰੇਸੀ ਆ ਪੁਲਿਸ ਵਾਲੇ ਆ ਸਿਆਸਤਦਾਨ ਉਹ ਕਹਿ ਰਿਹਾ ਜਨਾਬ ਲਿਸਟਾਂ ਬਣ ਗਈਆਂ ਨੇ ਔਰ ਬਣ ਰਹੀਆਂ ਨੇ ਕਿਉਂਕਿ ਜਿਹੜੀ ਬੇਗੈਰਤੀ ਬੇਸ਼ਰਮੀ ਇਸ ਮੁਲਕ ਨਾਲ ਹੋ ਚੁੱਕੀ ਹੈ ਖਾਸ ਤੌਰ ਤੇ ਆ 4 ਸਾਲਾਂ ਦੇ ਵਿੱਚ ਜਦੋਂ ਦਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਹਕੂਮਤ ਚੋਂ ਹਟਾ ਕੇ ਜੇਲ੍ਹ 'ਚ ਪਾਇਆ ਗਿਆ ਹੈ ਇਸ ਮੁਲਕ ਦੀ ਜਈ ਤਈ ਫੇਰ ਕੇ ਰੱਖ ਦਿੱਤੀ ਇਹਨਾਂ ਨੇ ਔਰ ਐਸਾ ਵੱਡਾ ਜੁਰਮ ਆ ਜਿਹੜਾ ਕਿ ਪਿਛਲੇ 75 ਸਾਲ 'ਚ ਕੋਈ ਇਸ ਹੱਦ ਤੱਕ ਜ਼ੁਲਮ ਨਹੀਂ ਲੈ ਕੇ ਗਿਆ ਆਵਾਮ ਦੇ ਨਾਲ ਜੋ ਇਸ ਰਜੀਮ ਜਿਹੜੀ ਹੈ ਉਹ ਲੈ ਗਈ ਹੈ ਔਰ ਹੁਣ ਵੀ ਤੋਬਾ ਕਰਨ ਤੋਂ ਬਾਜ਼ ਨਹੀਂ ਆ ਰਹੀ ਹੁਣ ਵੀ ਹਰ ਜਗ੍ਹਾ ਤੇ ਅੱਗ ਲਾ ਰਹੀ ਹੈ ਜ਼ੁਲਮ ਕਰ ਰਹੀ ਹੈ ਬਲੋਚਿਸਤਾਨ ਦੇਖ ਲਓ ਕਸ਼ਮੀਰ ਦੇਖ ਲਓ ਪੰਜਾਬ ਦੇਖ ਲਓ KP ਦੇਖ ਲਓ ਹਰ ਜਗ੍ਹਾ ਤੇ ਅੱਗ ਲਾਈ ਪਈ ਹੈ ਇਹਨਾਂ ਨੇ ਆਪਣਾ ਮਾਲ ਜਿਹੜਾ ਨਾ ਉਹ ਡਬਲ ਟ੍ਰਿਪਲ ਕਰਨ ਤੇ ਇਹਨਾਂ ਨੇ ਲੱਕ ਬਣਿਆ ਹੋਇਆ ਵਾ ਲੇਕਿਨ ਡਾਕਟਰ ਸ਼ਹਬਾਜ਼ ਗਿੱਲ ਸਾਨੂੰ ਦੱਸ ਰਹੇ ਨੇ ਕਿ ਪਰਸਨਲੀ ਮੈਂ ਜਾਣਦਾ ਵਾਂ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਧੜ ਲਿਸਟਾਂ ਬਣਾਈ ਜਾ ਰਹੇ ਨੇ ਔਰ ਅਸੀਂ ਦੇਖਾਂਗੇ ਜਦੋਂ ਹੀ ਵਕਤ ਬਦਲਿਆ ਇਹ ਲਿਸਟਾਂ ਨਿਕਲ ਕੇ ਸਾਹਮਣੇ ਆਣੀਆਂ ਤੁਹਾਡੇ ਉਹ ਗੱਲ ਕਰ ਰਹੇ ਸੀ ਉਹਦੇ ਤਨਾਜ਼ਰ ਦੇ ਵਿੱਚ ਜਿਸ ਤਰ੍ਹਾਂ ਉਹ ਫਿਲਮ ਆ ਇੱਕ ਜਿਹੜੀ ਸਤਲੁਜ ਜਿਹਦੇ ਤੇ ਬੈਨ ਲੱਗ ਗਿਆ ਇੰਡੀਆ ਤੇ ਜਿੰਨੇ ਆਪਣੇ ਸਿੱਖ ਸੀਗੇ ਉਹਨਾਂ ਨੂੰ 25,000 ਲੋਕਾਂ ਨੂੰ ਚੁੱਕ ਕੇ ਗਾਇਬ ਕੀਤਾ ਗਿਆ ਤੇ ਸਤਲੁਜ ਦੇ ਵਿੱਚ ਲਾਸ਼ਾਂ ਬਹਾਈਆਂ ਗਈਆਂ ਜਲਾਈਆਂ ਗਈਆਂ ਬਿਲਕੁਲ ਮੰਜ਼ਰ ਆਮ ਤੋਂ ਗਾਇਬ ਤੇ ਉਹ ਜਿਨ੍ਹਾਂ ਨੇ ਜਨਾਬ ਉਹ ਸਾਰੀ ਇਨਕੁਆਇਰੀ ਕੀਤੀ ਇਨਵੈਸਟੀਗੇਸ਼ਨ ਕੀਤੀ ਜਿਹੜੇ ਐਕਟਿਵਿਸਟ ਸਨ ਉਹ ਆਖਰ 'ਚ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਉਹੀ ਜੋ ਬਲੋਚਿਸਤਾਨ 'ਚ ਹੋ ਰਿਹਾ ਜੋ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਕਿ ਫੜ ਗਾਇਬ ਕਰੀ ਜਾ ਰਹੇ ਨੇ ਸਾਰੇ ਉਦਾਂ ਹੀ ਉੱਥੇ ਹੋ ਚੁੱਕਿਆ ਉਹ ਫਿਲਮ ਜਨਾਬ ਜਿਹਦੇ 'ਚ ਆਪਣਾ ਦਿਲਜੀਤ ਆ ਆਪਣਾ ਉਹਨੇ ਬੜੀ ਕਮਾਲ ਉਹਦੇ 'ਚ ਐਕਟਿੰਗ ਵੀ ਕੀਤੀ ਔਰ ਉਹਦੇ ਬੈਨ ਲਾਤਾ ਉਹਨਾਂ ਨੇ ਉੱਥੇ ਉਹਦੇ ਤਨਾਜ਼ੁਰ ਦੇ ਵਿੱਚ ਉਹ ਦੱਸ ਰਹੇ ਸੀਗੇ ਕਿ ਵੀ ਜਿੱਦਾਂ ਉਹਨਾਂ ਨੇ ਖੋਜ ਲਾ ਲਿਆ ਨਾ ਬਈ ਉਹ ਹੁਣ ਜਿਹੜਾ ਮੇਰਾ ਮਤਲਬ ਉਹ ਇਕੱਲਾ ਤਾਂ ਨਹੀਂ ਸੀ ਬੰਦਾ ਜਿਹਨੇ ਕਿ ਪਤਾ ਕਰ ਲਿਆ ਕਿ 25,000 ਲੋਕ ਜਿਹੜੇ ਮਿਸਿੰਗ ਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕਿੱਥੇ ਕੀਤਾ ਗਿਆ ਲਾਜ਼ਮੀ ਗੱਲ ਹੈ ਅੰਦਰ ਦੇ ਇਨਫੋਰਮੇਸ਼ਨ ਬੰਦੇ ਸਭ ਉਹ ਸਾਰੇ ਰਿਪੋਰਟਾਂ ਉਹਨਾਂ ਨੇ ਬਣਾਈਆਂ ਹੋਣੀਆਂ ਚੁੱਪ ਕਰਕੇ ਜਿਹੜੀਆਂ ਕਿ ਉਹਨਾਂ ਦੇ ਹਵਾਲੇ ਕੀਤੀਆਂ ਗਈਆਂ ਹੋਣੀਆਂ ਔਰ ਉਹਨਾਂ ਨੇ ਖੋਜ ਲਾ ਕੇ ਉਹਨਾਂ ਨੇ ਦੱਸਿਆ ਕਿ ਆਹ ਜ਼ੁਲਮ ਆ ਬਰਬਰੀਅਤ ਹੋਈ ਆ ਇੱਥੇ ਪੰਜਾਬੀਆਂ ਦੇ ਨਾਲ ਤੇ ਉਹ ਉਹਦੇ ਤਨਾਜ਼ੁਰ 'ਚ ਗੱਲ ਕਰ ਰਹੇ ਸੀ ਕਿ ਹੁਣ ਵੀ ਅੱਜ ਜਿੰਨੀ ਬੇਗੈਰਤੀ ਬੇਸ਼ਰਮੀ ਪਾਕਿਸਤਾਨ ਦੇ ਵਿੱਚ ਹੋ ਰਹੀ ਆ ਲੋਕ ਬੈਠੇ ਉਹ ਫਾਈਲਾਂ ਬਣਾ ਰਹੇ ਆ ਜਨਾਬ ਤੇ ਬਾਬਾ ਜੀ ਫਰਮਾਉਂਦੇ ਨੇ ਕਿ ਉਹ ਗਿੱਲ ਸਾਹਿਬ ਦੀ ਗੱਲ ਤੇ ਠੀਕ ਹੈ ਲੇਕਿਨ ਫਾਈਲਾਂ ਬਣਾ ਕੌਣ ਰਿਹਾ ਮੈਂ ਕਿਹਾ ਬਾਬਾ ਜੀ ਫਾਈਲਾਂ ਵੀ ਫੌਜੀ ਬਣਾ ਰਹੇ ਬੱਲੇ ਨਹੀਂ ਬੱਲੇ ਆਹ ਨਹੀਂ ਆਹੋ ਬਾਬਾ ਜੀ ਕਹਿੰਦੇ ਫੇਰ ਹੋ ਗਿਆ ਕੰਮ ਮੈਂ ਕਿਹਾ ਕੀ ਮਤਲਬ ਉਹ ਬਾਬਾ ਜੀ ਕਹਿੰਦੇ ਉਹ ਭਾਈ ਇਹੋ ਜਿਹੀਆਂ ਫਾਈਲਾਂ ਪਿਛਲੇ 75 ਸਾਲ ਤੋਂ ਬਣ ਰਹੀਆਂ ਕੱਖ ਨਹੀਂ ਜਿਹੜੇ ਫਾਈਲਾਂ ਬਣਾ ਰਹੇ ਨੇ ਉਹ ਐਂਡ 'ਚ ਫਾਈਲਾਂ ਦਿਖਾ ਕੇ ਬਲੈਕਮੇਲਿੰਗ ਕਰਕੇ ਆਪਣੇ ਉਹਦੇ ਲੈ ਲੈਣਗੇ ਹਾਂਜੀ ਜਿੱਦਾਂ ਰਿਟਾਇਰ ਆਦਮੀ ਕੋਈ ਕਿਸੇ ਨੂੰ ਸੀਗਾ ਕਿ ਮੇਰਾ ਮਤਲਬ ਖਿਆਲ ਵੀ ਯਾਰ ਇੱਕ ਰਿਟਾਇਰ ਆਦਮੀ ਜਿਹੜਾ ਕਿ ਘਰ ਜਾ ਰਿਹਾ ਘਰ ਚਲਾ ਗਿਆ ਰਿਟਾਇਰ ਹੋ ਗਿਆ ਡੇਟ ਗੁਜ਼ਰ ਗਈ ਉਹਦੀ ਉਹ ਘਰ ਜਾ ਰਿਹਾ ਸੀਗਾ ਉੱਥੋਂ ਚੁੱਕਿਆ ਉਹਨੂੰ ਦੁਬਾਰਾ ਜਨਾਬ ਕਿੱਥੇ ਬਿਠਾ ਲਿਆ ਬਾਬੇ ਕਹਿੰਦੇ ਉਹਦੇ ਕੋਈ ਵੀ ਫਾਈਲਾਂ ਸੀ ਉਹਦੇ ਕੋਈ ਫਾਈਲਾਂ ਸਨ ਉਹ ਦਾਵਾ ਇਹ ਕਰ ਰਿਹਾ ਸੀਗਾ ਰਿਟਾਇਰ ਆਦਮੀ ਕਿ ਬਈ ਆ ਮੇਰੇ ਕੋਲ ਜਿਹੜੀਆਂ ਫਾਈਲਾਂ ਉਹ ਕਰਪਸ਼ਨ ਦੀਆਂ ਫਾਈਲਾਂ ਇਮਰਾਨ ਖਾਨ ਦੀ ਕਰਪਸ਼ਨ ਬੁਸ਼ਰਾ ਬੀਬੀ ਦੀ ਕਰਪਸ਼ਨ ਔਰ ਬਾਕੀ ਹਕੂਮਤੀ ਕਰਪਸ਼ਨਾਂ ਦੀਆਂ ਫਾਈਲਾਂ ਮੌਜੂਦ ਨੇ ਉਹ ਫਾਈਲਾਂ ਦੇ ਜ਼ੋਰ ਤੇ ਉਹ ਆਇਆ ਜਨਾਬ ਤੇ ਆ ਕੇ ਪਤਾ ਲੱਗਿਆ ਕਿ ਜੀ ਆਪਣਾ ਹੁਣ ਕੇਸ ਕਰਨਾ ਇਮਰਾਨ ਖਾਨ ਤੇ ਲਿਆਓ ਕਰਪਸ਼ਨ ਦੀਆਂ ਫਾਈਲਾਂ ਕੱਢੋ ਕਹਿੰਦਾ ਫਾਈਲਾਂ ਤਾਂ ਹੈ ਨਹੀਂ ਹੈ ਉਹਨੂੰ ਪੁੱਛਿਆ ਕਿ ਭਾਈ ਉਹ ਫਾਈਲਾਂ ਹੈ ਨਹੀਂ ਆ ਬੜੇ ਪਹਿਲੇ ਸ਼ੋਰ ਸ਼ਰਾਬਾ ਤੇ ਬੜਾ ਸੀ ਤੇਰੇ ਕੋਲ ਫਾਈਲਾਂ ਉਹ ਕਹਿੰਦਾ ਤੇ ਸਿਆਸੀ ਬਿਆਨ ਸੀਗਾ ਉਹ ਤੇ ਮੈਂ ਮਤਲਬ ਹੈ ਕਿ ਇਕਤਦਾਰ ਜੋ ਵੀ ਇਕਤਦਾਰ ਹੀ ਕਹਿ ਲਿਆ ਉਹਨਾਂ ਦੀ ਬਾਦਸ਼ਾਹ ਬਣਨ ਵਾਸਤੇ ਮੈਂ ਸਾਰਾ ਕੁਝ ਯੂਜ਼ ਕੀਤਾ ਤੇ ਬਾਬਾ ਜੀ ਕਹਿੰਦੇ ਕਿ ਪੁੱਤਰ ਛੱਡ ਦਿਓ ਕੋਈ ਲਿਸਟਾਂ ਦਾ ਕੁਝ ਨਹੀਂ ਕਰਨਾ ਨਾ ਕੁਝ ਨੇ ਬਾਹਰ ਆਣਾ ਨਾ ਕੋਈ ਹਿਸਾਬ ਲੈਣਾ ਐਵੇਂ ਗਿੱਲ ਸਾਹਿਬ ਜਿਹੜੇ ਨਾ ਉਹ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਕਮਜ਼ੋਰ ਦਿਲ ਦੇ ਲੋਕ ਨੇ ਕਿ ਕੋਈ ਨਹੀਂ ਫਿਕਰ ਨਾ ਕਰੋ ਲਿਸਟਾਂ ਬਣ ਰਹੀਆਂ ਆ ਜ਼ੁਲਮ ਝੇਲੀ ਜਾਓ ਜੇ ਤੁਸੀਂ ਨਹੀਂ ਦਿੱਤਾ ਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਲਿਸਟਾਂ ਦੇਖੀਆਂ ਬਾਬੇ ਕਹਿੰਦੇ ਕੱਖ ਨਹੀਂ ਪੁੱਤਰ ਮੇਰੀ ਸਾਰੀ ਉਮਰ ਹੋ ਗਈ ਮੈਂ ਅੱਜ ਤੱਕ ਕੋਈ ਏਦਾਂ ਦੀ ਲਿਸਟ ਨਹੀਂ ਦੇਖੀ ਬਾਬਾ ਜੀ ਕਹਿੰਦੇ ਸੁਣਿਆ ਬਹੁਤ ਵੀ ਆ ਰਹੀਆਂ ਲਿਸਟਾਂ ਬਣ ਰਹੀਆਂ ਤੈਅ ਹੋ ਰਿਹਾ ਸਭ ਫੜੇ ਜਾਣਗੇ ਕੜਾ ਇਹਤਸਾਬ ਹੋਏਗਾ
ਕਿਸੇ ਨੂੰ ਨਹੀਂ ਛੱਡਣਾ। ਮੈਂ ਕਿਹਾ ਬਾਬਾ ਜੀ ਉਸ ਤੋਂ ਪਹਿਲੇ ਉਹ ਜਿਹੜੀਆਂ ਖਬਰਾਂ ਸੀਗੀਆਂ ਉਹ ਇਹਤਸਾਬ ਦੀ ਗੱਲ ਕਰ ਰਹੇ ਸੀਗੇ ਸਿਆਸਤਦਾਨਾਂ ਦੀ, ਲੇਕਿਨ ਆਹ ਜਿਹੜੀ ਗਿੱਲ ਸਾਹਿਬ ਗੱਲ ਕਰ ਰਹੇ ਇਹ ਕਹਿੰਦੇ ਆ ਜਰਨੈਲ ਫੜੇ ਜਾਣੇ। ਹਾਂਜੀ, ਹੁਣ ਤਸੱਵਰ ਕਰੋ ਕਿ ਡੀਜੇ ਵਾਲੇ ਬਾਬੂ ਨੂੰ ਹੱਥਕੜੀਆਂ ਲੱਗੀਆਂ, ਹੁਣ ਡਾਲੇ ਚੁੱਕ ਕੇ ਬਾ ਕੇ ਅਦਾਲਤ ਵਿੱਚ ਜਾ ਰਹੇ ਹੋ, ਅਦਾਲਤ ਲੱਗੀ ਹੋਏ ਬਾਹਰ ਲੋਕ ਖੜੇ ਹੋਣ। ਹਾਂਜੀ, ਏਦਾਂ ਹੀ ਉਹ ਰਿਟਾਇਰ ਆਦਮੀ ਨੂੰ ਚੁੱਕ ਕੇ ਡਾਲੇ 'ਚ ਪਾ ਕੇ ਤੇ ਲੈ ਕੇ ਜਾ ਰਹੇ ਹੋ। ਬਾਬਾ ਜੀ ਕਹਿੰਦੇ ਜਾਣਦੀ ਕਰ ਯਾਰ, ਕਿਉਂ ਮਖੌਲ ਕਰਦਾ? ਮੈਂ ਕਿਹਾ ਨਹੀਂ ਬਾਬਾ ਜੀ, ਉਹੀ ਗੱਲ ਕਰ ਰਹੇ ਨੇ ਕਿ ਲਿਸਟਾਂ ਬਣ ਰਹੀਆਂ, ਉਹ ਜਦੋਂ ਵੀ ਲਿਸਟਾਂ ਬਣ ਗਈਆਂ ਇਹ ਸਾਰੇ ਤੁੰਨੇ ਜਾਣੇ ਨੇ, ਇਹਨਾਂ ਦੇ ਮੈਂ ਨਸਲ ਨੂੰ ਥਾਂ ਨਹੀਂ ਲੱਭਣਾ, ਇਹ ਸਾਰੇ ਹੱਥਕੜੀਆਂ ਲੱਗਣੀਆਂ, ਇਹਨਾਂ ਨੂੰ ਪਿੱਛੇ ਅਦਾਲਤ 'ਚ ਪੇਸ਼ ਕੀਤਾ ਜਾਣਾ। ਆ ਨਵਾਜ਼ ਸ਼ਰੀਫ ਨੂੰ ਖਾਸ ਬੁਲਾ ਕੇ ਜਿਹੜਾ ਨਾ ਉਹਦੀ ਪਲੇਟਲੈਸ ਸਮੇਤ ਉਹਨੂੰ ਤੁੰਨ ਦਿੱਤਾ ਜਾਏਗਾ ਜੇਲ੍ਹ ਦੇ ਵਿੱਚ। ਬਾਬਾ ਜੀ ਕਹਿੰਦੇ ਕੱਲੀ ਗੱਲੀ ਤੁੰਦੇ। ਮੈਂ ਕਿਹਾ ਹਾਂਜੀ, ਜ਼ਰਦਾਰੀ ਜੀ ਉਸ ਟਾਈਮ ਜਿੰਦਾ ਹੋਇਆ? ਹਾਂ। ਬਾਬਾ ਜੀ ਕਹਿੰਦੇ ਇਹ ਹੋਏਗਾ ਜਿੰਦਾ, ਇਹ ਨਹੀਂ ਮਰਦੇ। ਮੈਂ ਮਤਲਬ ਇਹ ਨਹੀਂ ਮਰਦੇ। ਬਾਬਾ ਜੀ ਕਹਿੰਦੇ ਇਹ ਜਿੰਦਾ ਹੀ ਹੋਏਗਾ। ਮੈਂ ਕਹਿੰਦੀ ਉਹ ਪਤਾ ਨਹੀਂ ਹੁਣ ਕਿਦੋਂ ਉਹ ਲਿਸਟਾਂ ਬਾਹਰ ਨਿਕਲਣਗੀਆਂ, ਹਾਲਾਤ ਕਹਿੰਦੇ ਅੱਛੇ ਹੋਣਗੇ। ਬਾਬਾ ਕਹਿੰਦੇ ਹਾਲਾਤ ਤਕਰੀਬਨ ਮੈਂ ਕੋਈ 100-200 ਸਾਲ ਬਾਅਦ ਤਾਂ ਠੀਕ ਹੋ ਹੀ ਜਾਣਗੇ। ਨਾ ਉਦੋਂ ਕੋਈ ਲਿਸਟ ਹੋਣੀ ਹੈ, ਨਾ ਉਦੋਂ ਕੋਈ ਗਿੱਲ ਸਾਹਿਬ ਹੋਣਾ ਇੱਥੇ ਬੈਠੇ, ਨਾ ਅਸੀਂ ਹੋਣਾ ਜਿਹੜਾ ਕਿ ਉਹ ਲਿਸਟਾਂ ਉਡੀਕਦੇ ਹੋਏ। ਉਦੋਂ ਕਈ ਜਨਰੇਸ਼ਨ ਨਵੀਆਂ ਨਸਲਾਂ ਆ ਚੁੱਕੀਆਂ ਹੋਣੀਆਂ, ਉਹਨਾਂ ਨੂੰ ਗੱਲ ਭੁੱਲ ਵੀ ਗਈਆਂ ਹੋਣੀਆਂ ਕਿਹੜੀ ਲਿਸਟਾਂ। ਇੱਦਾਂ ਹੀ ਚੱਲ ਰਿਹਾ ਹੋਣਾ ਸਾਰਾ ਕਾਰੋਬਾਰ, ਜ਼ੁਲਮ ਜਬਰ, ਜੇ ਪਾਕਿਸਤਾਨ ਉਨੀ ਦੇਰ ਤੱਕ ਕਾਇਮ ਰਿਹਾ ਤਾਂ। ਕਿਉਂਕਿ ਜਦ ਤੱਕ ਇਹ ਰਜੀਮ ਬੈਠੀ ਆ ਹੁਣ, ਜੋ ਤਬਾਹੀ ਇਹਨੇ ਲਾਈ ਆ, ਉਹ ਮੈਨੂੰ ਨਹੀਂ ਲੱਗਦਾ ਕਿ ਅੱਗੇ ਸਰਵਾਈਵਲ ਜਿਹੜਾ ਨਾ ਉਹ ਹੋ ਪਾਏਗਾ। ਕਿਉਂਕਿ ਇਹ ਹੁਣ ਜਨਾਬ ਤੈਅ ਕਰਨਾ ਉਹਨਾਂ ਨੇ ਜਿਹੜੇ ਜ਼ੁਲਮ ਕਰ ਰਹੇ ਆ ਕਿ ਵੀ ਕਿੰਨਾ ਕੁ ਕਰਨਾ। ਹਾਂ, ਮਤਲਬ ਕਿੱਥੋਂ ਜਾ ਕੇ ਤੁਸੀਂ ਬਸ ਕਰਨੀ ਆ ਕਿ ਆਪਣਾ ਤੁਸੀਂ ਆਪਣੇ ਗਿਰਬਾਨ 'ਚ ਝਾਕੋ, ਦੇਖੋ ਕੌਣ ਆ ਪਾਕਿਸਤਾਨ ਨੂੰ ਨੁਕਸਾਨ ਪਹੁੰਚਾ ਰਿਹਾ, ਕੌਣ ਆ ਜਿਹਨੇ ਫੌਜ ਨੂੰ ਆਵਾਮ ਤੋਂ ਵੱਖ ਕਰ ਦਿੱਤਾ। ਉਹ ਇਮਰਾਨ ਖਾਨ ਨਹੀਂ, ਉਹ ਤੇ ਜੁੜਨ ਵਾਲਾ। ਇਹ ਉਹ ਜਿਹੜੇ ਕੁਰਸੀ ਦੀ ਲਾਲਚ ਤੇ ਡਾਲਰਾਂ ਦੀ ਲਾਲਚ ਤੇ ਇਕਤਦਾਰ ਦੀ ਹਵਸ ਜਿਹੜੀ ਹੈ ਉਹਦੇ 'ਚ ਆ ਕੇ ਉਹਨਾਂ ਨੇ ਤਬਾਹੀ ਫੈਲਾ ਕੇ ਰੱਖ ਦਿੱਤੀ ਪੂਰੇ ਮੁਲਕ ਦੇ ਵਿੱਚ। ਤੇ ਉਹ ਆਪ ਦੇਖੋ, ਤੁਸੀਂ ਦੇਖੋ। ਮੈਂ ਕਿਹਾ ਬਾਬਾ ਜੀ ਦੇਖਣਾ ਕਿ ਉਹੀ ਰਿਟਾਇਰ ਆਦਮੀ, ਬਾਬੇ ਕਹਿੰਦੇ ਹੁਣ ਖਾਲੀ ਰਿਟਾਇਰ ਆਦਮੀ ਨਹੀਂ, 4-5 ਉਹਦੇ ਅੱਗੇ ਪਿੱਛੇ ਵੀ ਇੱਧਰ ਉੱਧਰ ਸਾਰੇ ਪੂਰੀ ਟੀਮ ਹੈ ਜਿਹਨੇ ਤਬਾਹੀ ਮਚਾਈ ਹੈ। ਤੇ ਉਹ ਦੇਖਣ, ਮੈਂ ਕਿਹਾ ਬਾਬਾ ਜੀ ਉਹਨਾਂ ਨੇ ਕੀ ਦੇਖਣਾ, ਉਹ ਦੇਖ ਰਿਹਾ ਕਿ ਬਈ ਇਹ ਜਾਏ ਤੇ ਸਾਡੀ ਵਾਰੀ ਆਏ। ਹਾਂ, ਜਿੰਨਾ ਇਹਨੇ ਖਲ ਖੁੱਲ ਲਾਈ ਆ, ਜੇ ਕੁਝ ਬਚ ਗਿਆ ਤੇ ਚਲੋ ਅਸੀਂ ਵੀ ਲਾਗ ਤੇ ਨਿਕਲ ਜਾਵਾਂਗੇ। ਕਿ ਭਾਈ ਉਹ ਇਹਨਾਂ ਦਾ ਹਿਸਾਬ ਹੀ ਹੋ ਰਿਹਾ। ਇਹ ਸ਼ਰਾਫੀਆ ਆ ਜਿਹੜੀ ਪਾਕਿਸਤਾਨ ਦੀ ਫੌਜ ਹੈ ਨਾ, ਫੌਜ ਜਿਹੜੀ ਆ ਇਹ ਮੇਰਾ ਮਤਲਬ ਸ਼ਰਾਫੀਆ ਦੀ ਫੌਜ ਹੈ ਯਾਰ। ਇਹ ਗੋਰਾ ਸਾਹਿਬ ਦੀ ਫੌਜ ਆ। ਇਹ ਜਰਨੈਲ ਉੱਤੇ ਬੈਠ ਕੇ ਜਨਾਬ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਆ, ਮਾਲਿਕੋ ਮੁਖਤਾਰ ਸਮਝਦੇ ਆ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਗਰੀਬ ਦਾ। ਗਰੀਬ ਭੁੱਖਾ ਮਰ ਰਿਹਾ, ਦਹਿਸ਼ਤਗਰਦੀ 'ਚ ਮਰ ਰਿਹਾ, ਹਾਦਸਿਆਂ 'ਚ ਮਰ ਰਿਹਾ, ਬੱਚੇ ਮਹਿਫੂਜ਼ ਨਹੀਂ ਬਾਹਰ। ਯਕੀਨ ਕਰੋ ਇੰਨਾ ਕੁ ਜ਼ੁਲਮ ਜਿਹੜਾ ਨਾ ਉਹ ਦੇਖ ਕੇ ਮੈਂ ਹੁਣ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਕਿ ਬਈ ਉਹ ਨਿਊਜ਼ ਰੁਕ ਹੀ ਨਹੀਂ ਰਹੀ। ਐਸੇ ਜਾਨਵਰ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਬੱਚਿਆਂ ਨੂੰ ਨਹੀਂ ਛੱਡ ਰਹੇ ਯਾਰ। ਅੰਦਾਜ਼ਾ ਕਰੋ कैसी बेगैरती और बेशर्मी। और सब कुछ क्यों, मुआशरा क्यों एकदम ऐसा जानवर बनता जा रहा है? क्योंकि उत्ते जानवर बैठे ने। जो तुहाडे हुक्मरान जानवर होणगे उदों मुआशरा भी जानवर बनेगा। वो जानवर ने बेगैरत बेशर्म। अपने बच्चियां दी हिफाजत करो, बच्चियां नूं किते ना जाण दिओ कल्ले, नाल जाओ जिथे जाना और साम के रखो, चार दीवारी दे अंदर रखो भाई। जो हालात चल रहे ने बाहर जाना ते नाल लैके जाओ, कल्ला ना छड्डो, किसी ते ट्रस्ट ना करो, चाहे कोई हमसाया है, चाहे कोई रिश्तेदार भी है। नहीं भाई, जो हालात कर दिते ने इन्होंने इस मुल्क दे। तुहानूं याद इमरान खान क्यों ड्रामे लैके आ रहे सी तुर्की वाले? वो उर्दुगान वाले जेड़े ना, की नाम यार ओहदा, उर्दुगान ते तैयब उर्दुगान है। हाँ, वो जेड़े ड्रामे नहीं हुंदे सी यार, अपना अर्तुगल गाजी जेड़ा ओहदा ड्रामे, इस्लामी ड्रामे, वो जबरदस्त। वो क्यों लैके आ रहा सीगा? क्योंकि वो जानदा सी कि बई ये जेड़ा मुआशरा जेड़ा जानवर बनदा जा रहा है, ਇਹਨੂੰ ਫਾਹਿਸ਼ ਕਿਸਮ ਦੇ ਮਵਾਦ ਦਿਖਾਏ ਜਾ ਰਹੇ ਨੇ ਔਰ ਇਹਨੂੰ ਹਜਾਨ ਦੇ ਵਿੱਚ ਇੱਕ ਪਹੁੰਚਾਇਆ ਜਾ ਰਿਹਾ ਹੈ। ਇਹ ਰੋਕਣਾ, ਇਹਨੂੰ ਆਪਣੀ ਲਿਸਨ ਲੈਣ ਦੇ ਵਿੱਚ ਲੈ ਕੇ ਆਓ। ਜਿਹੜੀ ਹਿਸਟਰੀ ਹੈ ਇਸਲਾਮੀ, ਜਿਹੜੀ ਹਿਸਟਰੀ ਹੈ ਉਹਦੇ 'ਚ ਲੈ ਕੇ ਆਓ ਇਹਨੂੰ। ਉਹ ਦਿਖਾਓ ਇਹਨੂੰ ਕਿ ਭਾਈ ਆਹ ਦੇਖੋ, ਆਹ ਤੁਹਾਡੇ ਰੋਲ ਮਾਡਲ ਨੇ, ਰੋਲ ਮਾਡਲ ਬਦਲੋ ਆਪਣੇ। ਇੱਥੇ ਦੇ ਰੋਲ ਮਾਡਲ ਵੀ ਕੁਝ ਹੋਰ ਬਣੇ ਪਏ। ਉਹ ਜੋ ਬਗੈਰਤੀ ਬੇਸ਼ਰਮੀ ਇੱਥੇ ਫੈਲੀ ਹੈ ਤੁਸੀਂ ਦੇਖ ਲਓ। ਜਦੋਂ ਇਮਰਾਨ ਖਾਨ ਗਿਆ ਇਹਨਾਂ ਨੇ ਜਨਾਬ, ਉਹ ਖਮਿਆਜ਼ਾ ਹੁਣ ਦੇਖੋ ਕਿਸ ਤਰ੍ਹਾਂ ਹੁਣ ਭੁਗਤਣਾ ਪੈ ਰਿਹਾ ਕਿ ਲੋਕ ਜਾਨਵਰ ਬਣ ਗਏ ਨੇ। ਜਾਨਵਰਾਂ ਦਾ ਇੱਕ ਮੁਆਸ਼ਰਾ ਬਣਦਾ ਜਾ ਰਿਹਾ ਜਿਹਨੂੰ ਰੋਕਣ ਵਾਲਾ ਕੋਈ ਨਹੀਂ। ਹਾਂਜੀ, ਆਹ CCD ਵਾਲੇ ਬਗੈਰਤ ਬੇਸ਼ਰਮ ਨੇਫੇਜ ਪਿਸਤੌਲ ਚਲਾਉਣ, ਕਿੰਨੇ ਨੇਫੇਜ ਪਿਸਤੌਲ ਚਲਾਉਣਗੇ? ਉਹ ਬਈ ਮੁਆਸ਼ਰੇ ਏਦਾਂ ਥੋੜੀ ਸੁਧਰਦੇ ਆ। ਮੁਆਸ਼ਰੇ ਸੁਧਰਦੇ ਕਾਨੂੰਨ ਨਾਲ, ਮੁਆਸ਼ਰੇ ਸੁਧਰਦੇ ਆਇਨ ਨਾਲ ਅਮਲ ਕਰਨ ਨਾਲ, ਆਪਣੀ ਇਕਦਾਰ ਨੂੰ ਪਛਾਣਨ ਨਾਲ। ਬਲੇ ਇਹ ਬਗੈਰਤ ਬੇਸ਼ਰਮ ਕੁਝ ਵੀ ਕਹਿ ਦੇ ਇਹਨਾਂ ਨੂੰ, ਇਹ ਆਏ ਲੁੱਟਣ ਫੁੱਟਣ, ਇਹਨਾਂ ਨੇ ਲੁੱਟ ਫੁੱਟ ਕੇ ਨਿਕਲ ਜਾਣਾ ਵਾ।
ਤੇ ਇੱਥੇ ਜਾਨਵਰ ਛੱਡ ਦੇਣੇ, ਜਾਨਵਰ ਰਹਿ ਜਾਣੇ ਮੁਆਸ਼ਰੇ 'ਚ। ਡਾਕੇ ਇੰਨੇ ਪੈਰੇ, ਯਕੀਨ ਕਰੋ ਬੇਸ਼ੁਮਾਰ ਕਿਸਮ ਦੇ ਡਾਕੇ ਆ। ਜਿਹੜਾ ਉੱਠਦਾ ਉਹ ਜਨਾਬ ਡਾਕਾ ਮਾਰਨਾ ਸ਼ੁਰੂ ਕਰ ਦਿੰਦਾ। ਉਹ ਹੁਣ ਕਹਿੰਦਾ ਭਾਈ ਜਾਂ ਭੁੱਖ ਨਾ ਮਾਰਾਂ ਜਾਂ ਡਾਕਾ ਮਾਰ ਕੇ ਕਿਸੇ ਹੋਰ ਨੂੰ ਮਾਰ ਕੇ ਤੇ ਮੈਂ ਖਾ। ਇੱਦਾਂ ਦਾ ਜਾਨਵਰ ਕਿਸਮ ਦਾ ਮੁਆਸ਼ਰਾ ਬਣਿਆ ਪਿਆ। ਔਰ ਇੱਥੇ ਪਤਾ ਨਹੀਂ ਕੀ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਕਰਨਾ ਔਰ ਕਿਸ ਤਰ੍ਹਾਂ ਲੈ ਕੇ ਚੱਲਣਾ। ਲੇਕਿਨ ਉਹ ਜਰਨੈਲ ਬੈਠਾ, ਉਹਨੂੰ ਕੋਈ ਪਰਵਾਹ ਨਹੀਂ ਤੇ ਬੇਸ਼ਰਮੀ ਬਗੈਰਤੀ ਆ। ਬਾਬਾ ਜੀ ਕਹਿੰਦੇ ਯਾਰ ਉਹ ਗੱਲ ਤਾਂ ਠੀਕ ਹੈ, ਲੇਕਿਨ ਉਹ ਫਿਰ ਲਿਸਟ ਦਾ ਕੀ ਕਰਨਾ? ਮੈਂ ਬਾਬਾ ਜੀ ਕੀ ਕਰੀਏ ਲਿਸਟ ਦਾ? ਬਾਬੇ ਕਹਿੰਦੇ ਉਹ ਗਿੱਲ ਸਾਹਿਬ ਨੂੰ ਕਹੋ ਜਦੋਂ ਉਹ ਲਿਸਟ ਬਣ ਜਾਏ। ਮੈਂ ਕਿਹਾ ਹਾਂਜੀ। ਬਾਬੇ ਕਹਿੰਦੇ ਉਹ ਲਿਸਟ ਸਭ ਤੋਂ ਪਹਿਲਾਂ ਮੈਨੂੰ ਦਿਓ। ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਰੋਗੇ? ਬਾਬਾ ਜੀ ਕਹਿੰਦੇ ਕਿ ਮੈਂ ਉਸ ਲਿਸਟ ਦੀ ਬਣਾਵਾਂਗਾ ਬੱਤੀ। ਮੈਂ ਕਿਹਾ ਨਹੀਂ। ਬਾਬਾ ਜੀ ਕਹਿੰਦੇ ਹਾਂ ਬੱਤੀ ਬਣਾ ਕੇ ਦੀਵਾ ਬਾਲਾਂਗੇ ਉਹਦੇ ਨਾਲ, ਹੋਰ ਕੁਛ ਨਹੀਂ ਹੋ ਸਕਦਾ। ਉਹ ਦੀਵੇ ਬਣਨੇ ਆ ਪੁੱਤਰ ਉਹਦੇ ਨਾਲ। ਲਿਸਟ ਇਹ ਬਗੈਰ ਤੋਂ ਕੁੱਤੇ ਦੀ ਉਹ ਦੋਮਾ ਆਰੀ ਸਿੱਧੀ ਹੋ ਸਕਦੀ ਹੈ। ਇਹਨੂੰ ਭਾਵੇਂ ਹਜ਼ਾਰਾਂ ਸਾਲ ਤੁਸੀਂ ਪੈਪ ਚਲਾ ਕੇ ਸਿੱਧਾ ਕਰਨ ਦੀ ਕੋਸ਼ਿਸ਼ ਕਰੋ, ਇਹ ਨਹੀਂ ਬੜਾ ਔਖਾ ਕੰਮ ਆ। ਇਹ ਜੀ ਵਾਲਾ ਬੰਦੇ ਸਿੱਧਾ ਕਰ ਸਕਦਾ। ਆਵਾਮ ਹੀ ਉੱਠੇ ਤੇ ਉੱਠੇ, ਅਦਰਵਾਈਜ਼ ਲਿਸਟਾਂ ਕੋਈ ਨਹੀਂ। ਉਹ ਬਲੈਕਮੇਲਿੰਗ ਹੋਣੀ, ਆਪਣੀਆਂ ਸੀਟਾਂ ਲੈ ਕੇ ਸਾਥ ਲਾ ਲੈਣਾ। ਆਹ ਸਾਰੀ ਗੇਮ ਬਣੀ ਪਈ ਹੈ ਜਨਾਬ। ਤੇ ਉਹਦੇ ਬਾਅਦ ਜਨਾਬ ਇੱਕ ਹੋਰ ਅਜੀਬੋ ਗਰੀਬ ਕਿਸਮ ਦਾ ਵਾਕਿਆ, ਬਲਕਿ ਮੁਜ਼ੰਮਤ ਕਰਨੀ ਚਾਹੀਦੀ ਹੈ। ਮੈਂ ਖਾਸ ਤੌਰ ਤੇ ਮੁਜ਼ੰਮਤ ਕਰਦਾ ਔਰ ਬਾਬਾ ਜੀ ਨੇ ਸ਼ਦੀਦ ਮੁਜ਼ੰਮਤ ਕੀਤੀ ਉਸ ਵਾਕਿਏ ਦੀ। ਜਿਹੜਾ ਹੋਇਆ ਉਹ ਵਾਕਿਆ ਕੀ ਹੈ ਤੁਸੀਂ ਜਾਣਦੇ ਹੋ ਕਿ ਡੱਡੂ ਦੀ ਅੰਮੀ ਜਿਹੜੀ ਹੈ, ਡੱਡੂ ਦੀ ਅੰਮੀ ਜਿਹੜੀ ਆ ਉਹ ਬਜ਼ੁਰਗ ਖਾਤੂਨ ਨੇ। ਉਹ ਹੁਣ ਕਿਤੇ ਜਨਾਬ ਨੂਨ ਲੀਗ ਦਾ ਇੱਕ ਫੰਕਸ਼ਨ ਹੋ ਰਿਹਾ, ਹਾਂਜੀ, ਉੱਥੇ ਉਹ ਜਾ ਕੇ ਡਾਇਸ ਤੇ ਖੜੇ ਹੋਏ ਨੇ ਜਨਾਬ ਬਜ਼ੁਰਗ ਔਰਤ। ਬਾਬਾ ਕਹਿੰਦੇ ਬਜ਼ੁਰਗ ਔਰਤ ਕੌਣ? ਮੈਂ ਕਿਹਾ ਬਾਬਾ ਜੀ ਉਹ ਨਵਾਜ਼ ਸ਼ਰੀਫ ਦੀ ਦਾਈ। ਬਾਬਾ ਕਹਿੰਦੇ ਨਵਾਜ਼ ਸ਼ਰੀਫ ਦੀ ਦਾਈ ਨਹੀਂ, ਹਸਪਤਾਲ 'ਚ ਦਾਈ ਹੁੰਦੀ ਸੀ ਉਹ। ਮੈਂ ਕਿਹਾ ਹਾਂਜੀ ਹਸਪਤਾਲ 'ਚ ਦਾਈ ਸੀ। ਫਿਰ ਬਾਅਦ ਘਰ ਲੈ ਕੇ ਆਇਆ ਉਹ ਨਵਾਜ਼ ਸ਼ਰੀਫ ਦੀ ਖਿਦਮਤ ਵਾਸਤੇ। ਬਾਬਾ ਕਹਿੰਦੇ ਨਵਾਜ਼ ਸ਼ਰੀਫ ਦੀ ਅੱਬਾ ਜੀ ਦੀ ਖਿਦਮਤ ਵਾਸਤੇ ਲਿਆ। ਮੈਂ ਕਿਹਾ ਹਾਂ ਲਿਆਂਦੇ ਆਪਾਂ ਸ਼ਾਇਦ ਅੱਬਾ ਜੀ ਆਸਤੇ ਹੋਏ, ਲੇਕਿਨ ਅਸਲ ਖਿਦਮਤ ਉਹਨਾਂ ਨੇ ਨਵਾਜ਼ ਸ਼ਰੀਫ ਦੀ ਕੀਤੀ। ਬਹੁਤ ਖਿਦਮਤ ਕੀਤੀ ਉਹਨਾਂ ਨੇ। ਉਸੇ ਖਿਦਮਤ ਦੀ ਅਵਜ਼ ਜਿਹੜਾ ਉਹਨਾਂ ਨੂੰ ਸੀਟ ਵੀ ਦਿੱਤੀ ਹੋਈ ਹੈ ਜਨਾਬ ਉੱਥੇ, ਹਾਂਜੀ, ਆਪਣਾ ਅਸੈਂਬਲੀ ਦੇ ਵਿੱਚ। ਔਰ ਡੱਡੂ ਨੂੰ ਵੀ ਲਾਇਆ ਹੋਇਆ। ਡੱਡੂ ਵੀ ਤਾਂ ਰਿਲੇਸ਼ਨਸ਼ਿਪ ਬੜੇ ਗਹਿਰੇ ਨੇ। ਬਾਬਾ ਕਹਿੰਦੇ ਲਾਜ਼ਮੀ ਖਿਦਮਤ ਹੀ ਇੰਨੀ ਕੀਤੀ ਹੈ ਤੇ ਫਿਰ ਉਹ ਇਹ ਤਾਂ ਬਣਦਾ ਸੀ ਇਹਨਾਂ ਨੂੰ। ਮੈਂ ਕਿਹਾ ਬਾਬਾ ਕਹਿੰਦੇ ਕੀ ਉਹ ਸਿਸਟਮ ਜਿਹੜਾ ਦੱਸੋ ਲੋਕਾਂ ਨੂੰ। ਮੈਂ ਕਿਹਾ ਹਾਂਜੀ ਉਹ ਦੱਸ ਰਹੇ। ਉਹ ਐਕਚੁਅਲੀ ਉੱਥੇ ਡਿਵਾਈਸ ਦੇਖੋ ਤੁਸੀਂ ਕਿ ਉਹ ਖਾਤੂਨ ਉੱਥੇ ਖੜੀ ਹੈ ਡੱਡੂ ਦੀ ਅੰਮੀ, ਤੇ ਉਹ ਖੜੀ ਤੇ ਪਿੱਛੇ ਦੇਖੋ ਪਟਵਾਰੀ ਉੱਥੇ ਖੜਾ ਬੇਗੈਰਤ ਬੇਸ਼ਰਮ ਲਾਂਤੀ ਕਿਰਦਾਰ ਕੀ ਕਰ ਰਿਹਾ। यार यदि मजम्मत करनी चाहिए यार। देखो आप बेगैरती बेशर्मी है यार। मतलब यार कोई इन्ना हया कर ला कि यार वो खातून है, बुजुर्ग खातून, ठीक है डड्डू दी अम्मी है, लेकिन यार आप बेगैरती बेशर्मी बिल्कुल जुड़ के खड़ा है। कितना कितना खुला स्टेज है, पीछे हो तू जाके मार पड़ा बई। आ ज्यादती है, जुलम आ जरा ना आ कर टीवी जिथे डड्डू जाता कितने डड्डू तकरीर कर रहा होंगे या डाइश के कोल जाता ते वो जरा तलाल चौधरी हरामजादा तंजीम साहब वो पै जाता। और मेरा मतलब की हो रहा है यार, कितने मुआशरे से चला गया। ये वो कौन लोग है यार जिन्होंने, मेरा मतलब है कि इतने समरियां च बिठाया हुआ लिया के वो जनाब। मेरा मतलब है कि इदा की कार्रवाइयां हो रही। हालांकि चलो डड्डू नूं तो पता सी कि की हो रहा। डड्डू की अम्मी ने नहीं पता लगे, नहीं तो उन्होंने पता लगता कि वो कहते कि तेन मैं दिता दफा बर। मेरा मतलब ना जुड़िया करना लानती है इन्नी गर्मी पर लो। लेकिन बाबा कहते यार वो उम्र भी होगी ना हम डड्डू की अम्मी। मैं क्या बाबे कहते फिर महसूस नहीं होंगे। बाबे कहते महसूस नहीं होंगे कि कोई, मेरा मतलब बाबे कहते उन्होंने ध्यान तकलीफ सीगा जो इस तरह बुजुर्गी से ध्यान जो इधर उधर भी जाता। हालांकि ध्यान अगर पैदा महसूस होंगे तो उन्होंने कह देना कि यार बड़ा मर जा यार बंदा लभो नून लीगी पटवारियों आ कौन है यार बगैरती कर रहा उत्ते खड़ा हो यार। कोई शर्म करो यार, कोई है इन्हू जाके लाफे मारो दो तीन के बगैरता बेशर्मा डड्डू दी अम्मी का कोई एहतराम कर। बाबे कहते बिल्कुल एहतराम करना पैना भाई। ये बाबा कहते ਇਹਦੀ जगह ਤੇ मैं ਹੁੰਦਾ। बाबे कहते मैं फुल्लां ਦੀ ਸੇਜ ਵਿਛਾ ਦੇਣੀ ਸੀ ਉੱਤੇ। ਮੈਂ ਬਾਬਾ ਜੀ ਤੁਸੀਂ ਤਾਂ ਕਿਸੇ ਹੋਰ ਚੱਕਰ 'ਚ ਹੋ ਨਾ। ਉਹ ਉਹਦੇ ਚੱਕਰ 'ਚ ਸੀ, ਤੁਸੀਂ ਤਾਂ ਡੱਡੂ ਦੇ ਚੱਕਰ 'ਚ ਸੱਚ ਸਮਝ ਕੇ ਖਿਦਮਤ ਕਰਨੀ ਸੀ, ਹਾਂਜੀ। ਲੇਕਿਨ ਉਹ ਕਿਸੇ ਹੋਰ ਚੱਕਰ ਦੇ ਵਿੱਚ ਪਟਵਾਰੀ ਜਿਹੜਾ ਨਾ ਹਿਸਾਬ ਤਾਂ ਲਾਈ ਜਾ ਰਿਹਾ, ਪਤਾ ਨਹੀਂ ਕੀ ਯਾਰ ਬੇਇੱਜ਼ਤੀ ਬੇਸ਼ਰਮੀਆਂ। ਹਾਂ ਬਾਬੇ ਕਹਿੰਦੇ ਉਹ ਬਸ ਠੀਕ ਹੋ ਗਿਆ ਨਾ। ਦੇਖੋ ਜਿੱਦਾਂ ਤਲਾਲ ਚੌਧਰੀ ਹਰਾਮਜ਼ਾਦਾ ਉਹ ਤਨਜ਼ੀਮ ਸਾਜ਼ ਜਿਹੜਾ ਜਿੱਦਾਂ ਉਹਨੇ ਤਨਜ਼ੀਮ ਸਾਜ਼ੀ ਕੀਤੀ। ਬਾਬੇ ਕਹਿੰਦੇ ਨੂਨ ਲੀਗ ਦਾ ਵਤੀਰਾ ਹੈ ਨਾ ਇਹਨਾਂ ਦਾ। ਮੇਰਾ ਮਤਲਬ ਕਿ ਇਹਨਾਂ ਨੇ ਇਹ ਵੱਡਿਆਂ ਨੂੰ ਦੇਖਦੇ ਨਾ ਆਪਣੇ, ਕਿ ਜਿੱਦਾਂ ਉਹ ਤਲਾਲ ਚੌਧਰੀ ਤਨਜ਼ੀਮ ਸਾਜ਼ੀ ਕਰਕੇ ਦੇਖੋ ਕਿੱਥੇ ਪਹੁੰਚ ਗਿਆ, ਸੈਨੇਟਰ ਬਣ ਗਿਆ। ਅਦਰਵਾਈਜ਼ ਇਦਾਂ ਦੀ ਗੰਦੀ ਔਰ ਗਲੀਜ਼ ਹਰਕਤ ਕਿਤੇ ਕੀਤੀ ਹੁੰਦੀ ਕਿਸੇ ਹੋਰ ਨੇ,
ਕਿਸੇ ਹੋਰ ਪਾਰਟੀ ਦੇ ਵਿੱਚ ਤੇ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ। ਪਲੀਜ਼ ਮਤਲਬ ਉਹੀ ਜਿਹੜੀ ਤਨਜ਼ੀਮ ਸਾਹਿਬ ਅੱਧੀ ਰਾਤ ਤਨਜ਼ੀਮ ਸਾਜ਼ੀ ਕਰਨ ਗਿਆ ਸੀ ਉੱਥੇ ਤੇ ਉੱਥੇ ਲੱਤਾਂ ਭਨਵਾਇਆ ਸੀਗਾ, ਜਿਹਦਾ ਤਨਜ਼ੀਮ ਸਾਜ਼ੀ ਕਰਨ ਗਿਆ ਸੀਗਾ ਉਹਦੇ ਭਰਾਵਾਂ ਨੇ ਇਹਦੀ ਤਨਜ਼ੀਮ ਸਾਜ਼ੀ ਕਰਤੀ। ਫਿਰ ਇਹਦੇ ਆਪਰੇਸ਼ਨ ਹੋਇਆ ਹਸਪਤਾਲ ਦੇ ਵਿੱਚ, ਬੰਗਾ ਮਾਰਦੇ ਸੀ ਉੱਥੇ। ਲੇਕਿਨ ਬਗੈਰਤੀ ਬੇਸ਼ਰਮੀ ਫਿਰ ਉਹ ਜਿਹੜੀ ਸੀਗੀ ਉਹਨਾਂ ਦੀ ਐਮਐਨ ਉਹਨੇ ਕਿਹਾ ਵੀ ਕਿ ਆਹ ਦੇਖੋ ਆ ਬਗੈਰਤੀ ਕਰਨ ਆਇਆ ਸੀ, ਫਿਰ ਚੰਗਾ ਸੀ ਲਿਆ। ਹਾਂ ਤਨਜ਼ੀਮ ਸਾਹਿਬ ਤੇ ਹੁੰਦਾ ਇਦਾਂ ਹੀ ਆ ਕਿ ਬਈ ਇਹਨੂੰ ਕੱਢੋ ਆ ਪਾਰਟੀ ਜਿਹੜਾ ਕੀ ਬਗੈਰਤ ਬੇਸ਼ਰਮ ਆਦਮੀ। ਉਹਦੇ ਬਾਅਦ ਜੋ ਡੱਡੂ ਨੇ ਹਰਕਤ ਕੀਤੀ, आ गई माल आ गया सुकून का नाम सुना है। होगा तो अल्लाह माफ करे। बाबा जी कहते मैं तो वैरी है। बाबा जी कहते मैं जिथे मिल गया मैं तो लड़ाई शुरू कर देनी कि यार तेरी जरूरत क्यों नहीं। मैं कहा बाबा जी अगर तुहानू इदां दा चांस मिलता, बाबा जी कहते फिर मैं तो तंजीम साजी तो फिर कोई भी कर सकता। बाबा जी कहते मैं तो इदां दा चांस लभ रहा, लेकिन आप बगैरत बेशरम। बाबा जी कहते मैं एक आम आदमी, लेकिन आप बगैरत बेशरम नून लीग का चमचा खर्चा आराम बजाए इनू कड्ढण तो ਇਹਨੂੰ ਲਿਆ ਕੇ ਜਨਾਬ ਉੱਥੇ ਸੈਨੇਟਰ ਬਣਵਾ ਦਿੱਤਾ ਗਿਆ। ਹੁਣ ਉਹ ਜਿਹੜਾ ਡੱਡੂ ਦੀ ਅੰਮੀ ਦੇ ਪਿੱਛੇ ਖੜਾ ਉਹਨੂੰ ਪਤਾ ਕਿ ਯਾਰ ਇਦਾਂ ਦੀ ਹਰਕਤ ਜਿਹੜਾ ਕਰਦਾ ਆ ਮਾਈ ਤੰਦੂਰ ਵਾਲੀ ਮਾਈ ਜਲਾਲੀ ਟਿੱਕਿਆਂ ਵਾਲੀ ਜਿਹੜੀ ਆ ਇਹ ਚੁੱਕ ਕੇ ਉਹਨੂੰ ਸੈਂਟਰ ਬਣਵਾ ਦਿੰਦੀ ਆ, ਉਹਨੂੰ ਉੱਤੇ ਲੈ ਜਾਂਦੀ ਆ। ਉਹਨੇ ਕਿਹਾ ਚਲੋ ਮੈਂ ਵੀ ਟਰਾਈ ਕਰਕੇ ਦੇਖਾਂ। ਉਹ ਵੀ ਟਰਾਈ ਕਰ ਰਿਹਾ। ਹੋ ਸਕਦਾ ਕੱਲ ਖਬਰ ਆਈ ਕਿ ਮਾਈ ਨੇ ਇਹਨੂੰ ਕੋਈ ਸੈਨੇਟਰ ਬਣਵਾ ਦਿੱਤਾ ਜਾਂ ਕੋਈ ਐਮਪੀ ਦੀ ਟਿਕਟ ਦਿੱਤੀ ਜਾਂ ਕੋਈ ਵਜ਼ੀਰ ਮਸ਼ੀ, ਕਿਉਂਕਿ ਜੋ ਜਿੰਨਾ ਗੰਦਾ ਔਰ ਗਲੀਜ਼ ਇਨਸਾਨ ਹੋਏਗਾ ਉਹ ਨਹੀਂ ਦਾ ਉੱਤੇ ਅਹੁਦੇਦਾਰ ਹੋਏ, ਇਸ ਤੋਂ ਘੱਟ ਕੋਈ ਨਹੀਂ।